ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਪ ਹੋ ਸਿੱਖ ਸਤਿਗੁਰੂ ਕੀ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਖੇਰੀ, ਬਾਣੀ ਸਰਬਾਣੀ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨ, ਹਰਿ ਨਾਨਕ ਸਾਚ ਬਖਾਨਾ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਬਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਦਾ ਖਾਸ ਰੂਪ ਸਾਸਨ ਜੀਓ। ਆਪ ਸਰਬੱਤ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ। ਇਹ ਨੂੰ ਆਖਿਆ ਜਾਂਦਾ ਹੈ, ਸਵਾਉ ਗੁਰਮੁਖ ਪਿਆਰਿਓ, ਰਲ ਮਿਲ ਕੇ ਸਤਿਗੁਰਾਂ ਦੇ ਵਚਨਾਂ ਦੇ ਨਾਲ ਸਾਂਝ ਪਾਈਏ। ਅੱਜ ਦੀ ਇਹਨਾਂ ਵਚਨਾਂ ਦੇ ਦੁਆਰਾ ਸਤਿਗੁਰੂ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਸ਼ਲੋਕ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ ਕਿ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ ਕਿ ਪਰਲੋਕ ਦੇ ਵਿੱਚ ਜੀਵ ਦੇ ਨਾਲ ਭਜਨ ਸਿਮਰਨ ਤੋਂ ਬਿਨਾਂ ਹੋਰ ਕੁਝ ਵੀ ਨਾਲ ਨਹੀਂ ਜਾਂਦਾ। ਮਨੁੱਖ ਦੁਨੀਆਦਾਰੀ ਤੇ ਰਹਿੰਦਿਆਂ ਹੋਇਆ ਬੜੀ ਧਨ ਦੌਲਤ ਇਕੱਤਰ ਕਰਦਾ ਹੈ, ਬੜੀਆਂ ਮਹਿਲ ਮਾੜੀਆਂ ਤਿਆਰ ਕਰਦਾ ਰਹਿਣ ਵਾਸਤੇ। ਐਸੋ ਆਰਾਮ ਦੀਆਂ ਸਾਰੀਆਂ ਸਹੂਲਤਾਂ ਪ੍ਰਾਪਤ ਕਰਦਾ ਹੈ। ਪਰ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵੀ ਇਸ ਸੰਸਾਰ ਤੋਂ ਤੁਰਨ ਲੱਗੇ ਆ, ਇਸ ਜੀਵ ਦੇ ਨਾਲ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਹੋਰ ਕੁਝ ਨਹੀਂ ਨਾਲ ਚੱਲਦਾ। ਜੇ ਨਾਲ ਜਾਣ ਵਾਲੀ ਚੀਜ਼ ਹੈ, ਵਸਤੂ ਹੈ, ਉਹ ਹੈ ਪਰਮਾਤਮਾ ਦਾ ਨਾਮ। ਹਰ ਹਰ ਨਾਮ ਕਮਾਵਣਾ, ਨਾਨਕ ਇਹੋ ਧਨ ਸਾਰ। ਸਤਿਗੁਰੂ ਕਹਿੰਦੇ ਜੋ ਪਰਮਾਤਮਾ ਦਾ ਨਾਮ ਕਮਾਉਣਾ ਹੈ, ਜੋ ਪਰਮਾਤਮਾ ਦੀ ਨਾਮ ਦੀ ਕਮਾਈ ਕਰਨੀ ਹੈ, ਇਹੋ ਸਭ ਤੋਂ ਉੱਤਮ ਪਰਲੋਕ ਦੇ ਵਿੱਚ ਜੀਵ ਦੇ ਨਾਲ ਜਾਣ ਵਾਲਾ ਹੈ। ਜੇ ਕੁਝ ਨਾਲ ਜਾਣ ਵਾਲਾ ਹੈ ਤਾਂ ਉਹ ਹੈ ਪਰਮਾਤਮਾ ਦੇ ਨਾਮ ਦੀ ਕਮਾਈ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਦੇ ਨਾਲ ਮਿਲ ਕੇ ਪਰਮਾਤਮਾ ਦੀ ਨਾਮ ਦਾ ਵਿਚਾਰ ਕਰੋ, ਪਰਮਾਤਮਾ ਦੇ ਗੁਣਾਂ ਦੀ
ਵਿਚਾਰ ਕਰੋ ਪਰਮਾਤਮਾ ਦੀ ਬੰਦਗੀ ਦੇ ਨਾਲ, ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਦੇ ਨਾਲ ਮਿਲ ਕੇ ਇੱਕ ਨਾਮ ਨੂੰ ਹੀ ਸਿਮਰੋ, ਇੱਕ ਨਾਮ ਦਾ ਹੀ ਆਸਰਾ ਲਵੋ, ਇੱਕ ਨਾਮ ਦੇ ਸਿਮਰਨ ਦਾ ਆਸਰਾ ਲੈਣਾ ਚਾਹੀਦਾ ਮਨੁੱਖ ਨੂੰ। ਅਵਰ ਉਪਾਵ ਸਭ ਮੀਤ ਵਿਸਾਰੋ, ਚਰਨ ਕਮਲ ਮਾਹੀ ਉਧਾਰੋ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਹੇ ਮਿੱਤਰੋ, ਹੋਰ ਸਾਰੇ ਉਪਾਵ ਭਾਵ ਯਤਨ ਭੁਲਾ ਦਿਓ। ਹੋਰ ਸਾਰੇ ਯਤਨ ਜੋ ਕਰ ਰਹੇ ਹੋ ਯਤਨ ਇਹ ਸਾਰੇ ਭੁਲਾ ਦਿਓ। ਗੁਰੂ ਦੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਿਸ਼ੇਸ਼ ਕਰਕੇ ਧਾਰਨਾ ਕਰੋ। ਗੁਰੂ ਦੇ ਚਰਨਾਂ ਨੂੰ ਵਿਸ਼ੇਸ਼ ਕਰਕੇ ਆਪਣੇ ਹਿਰਦੇ ਦੇ ਵਿੱਚ ਧਾਰਨਾ ਕਰੋ। ਕਰਨ ਕਾਰਨ ਸੋ ਪ੍ਰਭ ਸਮਰਾਤਾ, ਦ੍ਰਿੜ ਕਰ ਗਾਹੋ ਨਾਮ ਹਰਵਤ। ਉਹ ਪਰਮੇਸ਼ਰ ਸਭ ਕਾਰਨਾਂ ਦੀ ਕਰਨ ਨੂੰ ਸਮਰੱਥ ਹੈ। ਉਹ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਉਹ ਸਭ ਕੁਝ ਕਰਨ ਵਾਲਾ ਹੈ। ਉਸ ਦੀ ਹਰੀ ਨਾਮ ਰੂਪੀ ਵਾਸਤੇ ਨੂੰ ਦ੍ਰਿੜ ਕਰਕੇ ਮਨ ਹੋ ਕੇ ਉਸ ਪਰਮਾਤਮਾ ਦੀ ਨਾਮ ਰੂਪੀ ਵਸਤੂ ਨੂੰ ਪ੍ਰਾਪਤ ਕਰੋ। ਇਹੋ ਧਨ ਸਾਚੋ ਹੋਵੋ ਭਗਵੰਤਾ, ਸੰਤ ਜਨਾਂ ਕਾ ਨਿਰਮਲ ਮੰਤਾ। ਇਹ ਪਰਮਾਤਮਾ ਦਾ ਨਾਮ ਤੁਹਾਨੂੰ ਇਕੱਠਾ ਕਰੋ। ਪਰਮਾਤਮਾ ਦੇ ਨਾਮ ਤੁਹਾਨੂੰ ਤਾਂ ਤੁਸੀਂ ਭਾਗਾਂ ਵਾਲੇ ਹੋ ਜਾਓਗੇ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜੇ ਤੁਹਾਡੇ ਕੋਲ ਪਰਮਾਤਮਾ ਦਾ ਨਾਮ ਧਨ ਰੂਪ ਹੋਇਆ ਨਾ, ਤਾਂ ਤੁਸੀਂ ਵੱਡੇ ਭਾਗਾਂ ਵਾਲੇ ਬਣ ਜਾਓਗੇ। ਪਰਮੇਸ਼ਰ ਦਾ ਸਰੂਪ ਹੋ ਜਾਓਗੇ। ਸੰਤ ਜਨਾਂ ਦਾ ਇਹ ਨਿਰਮਲ ਮੰਨਦਾ ਕਿ ਨਾਮ ਤੁਹਾਨੂੰ ਇਕੱਠਾ ਕਰਨਾ ਚਾਹੀਦਾ ਹੈ। ਪਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ ਹੈ। ਏਕ ਆਸ ਰਾਖੋ ਮਨ ਮਾਹੀ, ਸਰਬ ਰੋਗ ਨਾਨਕ ਮਿਟ ਜਾਤੇ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਆਪਣੇ ਮਨ ਦੇ ਵਿੱਚ ਇੱਕ ਪਰਮਾਤਮਾ ਦੀ ਆਸ ਰੱਖਣੀ ਚਾਹੀਦੀ ਹੈ। ਕਿਸੇ ਮਨੁੱਖ ਤੋਂ ਕਦੇ ਵੀ ਆਸ ਨਹੀਂ ਰੱਖਣੀ ਚਾਹੀਦੀ। ਜੇ ਆਸ ਰੱਖਣੀ ਚਾਹੀਦੀ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਰੱਖਣੀ ਚਾਹੀਦੀ ਹੈ। ਇੱਕ ਪਰਮੇਸ਼ਰ ਦੀ ਆਸ ਰੱਖੋ, ਫਿਰ ਤੁਹਾਡੇ ਸਾਰੇ ਰੋਗ ਮਿਟ ਜਾਣਗੇ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜੋ ਤੁਹਾਡੇ ਭਰੋਸੇ ਤੁਹਾਡੀ ਆਸ ਇੱਕ ਅਕਾਲ ਪੁਰਖ ਤੇ ਹੋਈ ਤਾਂ ਤੁਹਾਡੇ ਸਾਰੇ ਰੋਗ ਮਿਟ ਜਾਣਗੇ। ਏਕ ਆਸ ਰਾਖੁ ਮਨ ਮਾਹੀ, ਸਰਬ ਰੋਗ ਨਾਨਕ ਮਿਟ ਜਾਣਗੇ। ਜਿਵੇਂ ਮੋਇਨਾ ਦੇ ਤੇ ਸੋਨਾ ਦੇ ਮਨ ਦੇ ਵਿੱਚ ਅਖੀਰ ਤੱਕ ਇੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨਾਂ ਦੀ ਆਸ ਰੱਖੀ। ਇੱਕ ਆਸ ਪਰਮੇਸ਼ਰ ਤੇ ਰੱਖਣੀ ਚਾਹੀਦੀ ਹੈ। ਮੋਇਨਾ ਤੇ ਸੋਨਾ ਕੌਣ ਸੀ? ਸਾਧ ਸੰਗਤ ਜੀ, ਆਓ ਥੋੜਾ ਜਿਹਾ ਇਹਨਾਂ ਦੇ ਬਾਰੇ ਵਿਚਾਰ ਕੇ ਆਪਾਂ ਫੇਰ ਗੁਰਬਾਣੀ ਦੇ ਨਾਲ ਜੁੜਦੇ ਹਾਂ। ਮੋਇਨਾ ਤੇ ਸੋਨਾ ਰਾਏਪੁਰ ਦੇ ਰਹਿਣ ਵਾਲੇ ਇੱਕ ਅਮੀਰ ਘਰਾਣੇ ਦੇ ਵਿੱਚੋਂ ਹੋਏ ਨੇ। ਬਹੁਤ ਧਨ ਦੌਲਤ ਸੀ ਇਹਨਾਂ ਦੇ ਪਾਸ। ਇਹ ਰਾਏਪੁਰ ਦੇ ਰਹਿਣ ਵਾਲੇ ਸੀ। ਇਹ ਦੋਨੇ ਪਤੀ ਪਤਨੀ ਸੀ। ਸਾਸ ਮੋਇਨਾ ਤੇ ਸੋਹਿਨਾ। ਇੱਕ ਬੈਰਾਗੀ ਫਕੀਰ ਨੇ ਨਾ ਇਹਨਾਂ ਨੂੰ ਠਾਕੁਰ ਪੂਜਾ ਸਿਖਾਈ। ਕੋਈ ਬੈਰਾਗੀ ਫਕੀਰ ਸੰਤ ਮਹਾਤਮਾ ਸਨ। ਉਹਨਾਂ ਨੇ ਇਹਨਾਂ ਨੂੰ ਠਾਕੁਰ ਪੂਜਾ ਸਿਖਾਈ
ते भगती करन दी जांच दसी उन्हां संत महापुरुषां ने। भावें पैसे की कोई तोड़ नहीं सी इन्हां दे कोल, जद भगती दा रंग चढ़िया ना इन्हां ते परमेश्वर की भगती दा, तां उन्हां ने अमृत वेले उठना, खूह ते जाके इशनान आदि करन दी किरिया शुरू कर देते। अमृत वेले दोने उठते ने, खूह ते जाके दोने इशनान करते ने पति पत्नी। इन्हां ने एक किरिया शुरू कर दी, रोज अमृत वेले उठ के इशनान करना, जल लिया के ये ठाकुरां नूं इशनान कराउंदे, धूप दिखाउंदे, घर फुल्लां दी माला परो के ठाकुरां दे गल विच पाउंदे। ये सस ते उस तो बाद फिर एक कीर्तन करते दोने पति पत्नी। एक दिन सासंग जी ये दोने जने पति पत्नी ठाकुरां दे इशनान करन वास्ते पानी लेके आ रहे सन कि एक गुरमुख आदमी भज्या आया, जिसनों एक चोट लगी हुई सी, एक गहरी चोट लगी हुई सी ਉਹਦੇ ਅਤੇ ਤਰੇ ਦੇ ਨਾਲ ਉਹ ਵਿਆਕੁਲ ਸੀ, ਉਹਨੂੰ ਪਿਆਸ ਲੱਗੀ ਹੋਈ ਸੀ, ਸੱਟ ਜ਼ਿਆਦਾ ਲੱਗੀ ਹੋਈ ਸੀ, ਉਹਦੇ ਘਬਰਾਇਆ ਹੋਇਆ ਸੀ ਤੇ ਇਹਨਾਂ ਦੇ ਪੈਰਾਂ ਦੇ ਪਾਸ ਆ ਕੇ ਉਹ ਡਿੱਗ ਪਿਆ, ਇਹਨਾਂ ਦੇ ਕੋਲ ਆ ਕੇ ਡਿੱਗ ਪਿਆ ਤੇ ਪਾਣੀ ਪਾਣੀ ਕਰਨ ਲੱਗ ਪਿਆ। ਇਹ ਦੋਨੇ ਜਣੇ ਨਾ ਡਰ ਗਏ, ਪਤੀ ਪਤਨੀ ਜਦੋਂ ਡਰ ਗਏ, ਪਰ ਇਹ ਸੋਚ ਕੇ ਠਾकुरां ਵਾਸਤੇ शुद्ध जल ले जाना है, मन में सोच लिया भी जे इनू पानी पिलाता पानी साडा झूठा हो जाना है ते ठाकुरां नूं असीं सुच्चे पानी दे नाल इशनान कराउणा है। ते साध संगत जी उस गुरमुख नूं जिहदे सट लगी हुई सी ये छड्ड के अगे तुर गए। जदों आंदे अगे तुर गए पर वो फिर भी साध संगत जी गुरमुखा मच्छी दे वांग तड़पदा रहा, पानी तो बिना सट लगी होने के कारण पानी पानी कूकदा रहा। ते परंतु ये दोवें पति पत्नी घेस मार के तुर पे, उहदे वल ख्याल ही ना कीता। उहदी आखिर आवाज़ जो इन्हां दे कन्नी पई, उन्हें आवाज़ां मारियां इन्हां नूं। जिहड़ी आखिरी आवाज़ सी वो ये सी कि नाले प्यारे नाले प्यार नाले दो घुट पानी तो भी तरसाना, दर्शन नहीं जे देन लगा। ये आखिरी वचन सी उस गुरमुख दे जिहड़ा डिग्या होया सी। ये सुन के ना साध संगत जी दोवें मोहना ते सोना पति पत्नी रुक गए। जदों रुक गए ते दुआरे फिर तुर गए। साध संगत जी गल्लां सुन के उहदियां आखिरी समय तुरी गए। घर जाके अपने नितनेम के अनुसार सारी क्रिया की, ठाकुर का इशनान किया, पर दोनों का मन उदास रहा। इशनान करा के भी ठाकुरां नूं इशनान करा के भी मन नूं खुशी ना हुई ते दोनों का मन उदास ही रहा। अखीर घबरा के दोने उठे ते पानी लेके उस गुरमुख दे वल चल पे। साध संगत जी पानी लेता इन्हां ने ते तुर पे। जदों उस गुरमुख के पास उत्थे पहुंचे ना, उत्थे जाके की वेख्या कि वो
पानी ना मिलन करके उस गुरमुख प्यारे की मौत हो गई। सट गहरी लगी हुई सी ते खत्म हो चुका सी इन्हां दे जांदिआं नूं। ते इन्हां नूं सत्संग जी एक पासिओं ना 5-7 आदमी आ गए। जदों इन्हां दे कोले पहुंचे ते ओह कहण लगे कि यही है जिन्हों आपां भालदे सी। ते पुछण ते पता लग्या कि यह सूरवीर महाभजनीक साधु से। उन्होंने दस्या 5-7 आदमियों ने उन्होंने सोना ते मोहना भी ये तो बहुत भजनीक आदमी सी ते आनंदपुर वाले गुरु का ये सेवक सी जिहदी मौत हो गई। अज एक गरीब टोले ते डाके की आवाज़ सुन के उन्होंने मदद लई ये पहुंचया ते डाकुआं नूं भजा दिता। वो सारे बाल बाल बचा दिते पर आप ये जख्मी हो के झड़ियां दे बल भज पिया ते इत्थे आके इसकी हाल उन्हां नूं बचा लिया ते आप अपनी जान दे दी। इत्थे आके इस हाल दे विच लभ्या सानूं। हुण उन्हां दे कहे हुए वचन इन्हां दे कंनां दे विच गूंज रहे ने। सोना ते मोहना दे जिहड़े अखीरी वचन सी कि दर्शन नहीं जे देन लगा ते ये अपने आप नूं त्रिघारां पाउंदे ने भी जे आपां पानी पिला दिंदे शायद ये बच रहिंदा, इहदी जान बच रहिंदी। पर सत्संग जी वो समा लंघ चुकिया सी। उस वेले वो समा उस वेले बीत चुकिया सी। नानक समयों रम गयो अब को रोबता अंध। सतगुरु तेग बहादुर महाराज साहब दे वचन ने। रायपुर की राणी सतगुरां दी प्रेमन सी सासंगी सतगुरु गोबिंद सिंह जी महाराज जी। रायपुर की राणी सी ते प्रेमन सी। उसनूं जिस वेले पता लग्या ते वो बड़ा रोई सासंग जी। वो बड़ा उन्हें दुख मनाया कि हे जागत तारक सतगुरु मैं उस सिख की कुछ सेवा ना कर सकी ते मेरे राज दे विच तेरे प्यारे दी शीश दी कोई हिस्से नहीं आया। उन्हां दी सेवा सातों कुछ हो ना सकी ते नाले रो रही है राणी ते नाले कीरने पा रही है। ते उसकी एक सत्संगत माई आ गई ते सासंग जी उसने राणी नूं धीरजा दिती ते कहन लगी कि हे राणी हुण रोया तो कुछ नहीं बनना, तू दुख ना कर, तेरा दोष नहीं। मैं तैनू धन भाग जान के इस दे मृतक शरीर का संस्कार कर दे ताकि जे इस शरीर दे विच नामी परमात्मा बसदा सी वो ना रोए। ये सुन के राणी ने बड़े सत्कार दे नाल उस गुरमुख का संस्कार किया। सस ते उसदी याद दे विच उसी जगह ते एक मठ भी बनवाता उस गुरमुख दी जाग दे विच। छेती ही सासंग जी ओ भागा भरिया दिन आ गया। बड़ी छेती वो भागा वाला दिन आ गया कि दयालु सतगुरु जी ने रायपुर दे विच चरण पाए। सतगुरां ने राणी सुन के बड़ी खुश हुई। राणी ने बड़ी सेवा की ते जीवन मुक्ति मिल गई।
ਤੇ ਅਣਗਿਣਤਾਂ ਨੂੰ ਜੀ ਦਾਨ ਮਿਲਿਆ। ਤੇ ਮੋਹਨਾ ਤੇ ਸੋਹਨਾ ਨੇ ਵੀ ਸੁਣਿਆ ਤੇ ਬੜੇ ਦੁਖੀ ਸਨ, ਰਾਤ ਦਿਨ ਵਿਆਕੁਲ ਰਹਿੰਦੇ ਸਨ। ਇਹ ਵੀ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਰਾਏਪੁਰ ਦੇ ਵਿੱਚ ਗਏ ਸਾਧ ਸੰਗਤ ਜੀ, ਮੋਹਨਾ ਤੇ ਸੋਹਨਾ। ਪਰੰਤੂ ਇਹਨਾਂ ਨੂੰ ਜਿੰਨੀ ਵਾਰ ਇਹ ਦਰਸ਼ਨ ਕਰਨ ਗਏ, ਸਤਿਗੁਰਾਂ ਦੇ ਇਹਨਾਂ ਨੂੰ ਦਰਸ਼ਨ ਨਾ ਹੋਏ ਸਾਧ ਸੰਗਤ ਜੀ। ਉਨੀ ਦੇਰ ਹੀ ਦਰਸ਼ਨ ਨਹੀਂ ਹੋਏ ਤੇ ਕੰਨਾਂ ਦੇ ਵਿੱਚ ਦੋਨਾਂ ਦੇ ਉਹੀ ਆਵਾਜ਼, ਅਖੀਰੀ ਬਚਨ ਉਸ ਗੁਰਮੁਖ ਦੇ ਇਹਨਾਂ ਦੇ ਕੰਨਾਂ ਦੇ ਵਿੱਚ ਗੂੰਜਦੇ ਨੇ ਕਿ ਦਰਸ਼ਨ ਨਹੀਂ ਜੇ ਦੇਣ ਲੱਗਾ। ਜਦੋਂ ਚੋਜੀ ਸਤਿਗੁਰੂ ਜੀ ਤੁਰਨ ਲੱਗੇ ਨਾ, ਤਾਂ ਇਹ ਰਸਤੇ ਦੇ ਵਿੱਚ ਕੋਈ ਮੀਲ ਕੋ ਜਾ ਕੇ ਦੋਨੇ ਖਲੋ ਗਏ ਸਾਧ ਸੰਗਤ ਜੀ, ਦਰਸ਼ਨ ਨਾ ਹੋਏ। ਤੇ ਰਾਏਪੁਰ ਦੇ ਵਿੱਚੋਂ ਚੋਜੀ ਪ੍ਰੀਤਮ ਜੀ ਤੁਰਨ ਲੱਗੇ ਨੇ, ਜਦੋਂ ਇਹ ਰਾਤੇ ਵਿੱਚ ਖਲੋ ਗਏ, ਸੰਗਤਾਂ ਤਾਂ ਸਾਰੀਆਂ ਉਧਰ ਲੰਘੀਆਂ, ਪਰ ਚੋਜੀ ਪਾਤਸ਼ਾਹ ਦੇ ਆਪਣੇ ਘੋੜੇ ਦਾ ਰੁੱਖਾ ਖੇਤਾਂ ਦੇ ਵੱਲ ਕਰ ਲਿਆ। ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖੇਤਾਂ ਦੇ ਵੱਲ ਆਪਣਾ ਘੋੜਾ ਮੋੜ ਲਿਆ। ਉਧਰ ਦੀ ਲੰਘ ਗਏ। ਹੁਣ ਦਰਸ਼ਨਾਂ ਦੀ ਭੁੱਖ ਕਰਾਰੀ ਹੋ ਗਈ ਸਾਧ ਸੰਗਤ ਜੀ, ਮੋਹਨਾ ਤੇ ਸੋਹਨਾ ਦੀ, ਵੀ ਸਤਿਗੁਰਾਂ ਦੇ ਦਰਸ਼ਨ ਕੀਤੇ ਜਾਣ, ਕਿਸੇ ਤਰ੍ਹਾਂ ਹੀ ਕੀਤੇ ਜਾਣ। ਤੇ ਪੱਕਾ ਵਿਸ਼ਵਾਸ ਹੋ ਗਿਆ ਕਿ ਸਿੱਖ ਦੇ ਬਚਨ ਅਟਲ ਨੇ, ਦਰਸ਼ਨ ਸਾਡੇ ਭਾਗਾਂ ਵਿੱਚ ਨਹੀਂ। ਰਾਤ ਨੂੰ ਸੋਚਾਂ ਦੇ ਵਿੱਚ ਲੱਗ ਪਏ। ਅਖੀਰ ਇਹਨਾਂ ਨੇ ਇੱਕ ਨੀਚਾ ਪੱਕਾ ਕਰ ਲਿਆ ਕਿ ਮਾਲ ਮਿਲਕ ਸਭ ਵੇਚ ਕੇ ਦਾਨ ਪੁੰਨ ਕੀਤਾ ਜਾਵੇ, ਸਭ ਕੁਝ ਵੇਚ ਦਿੱਤਾ ਜਾਵੇ ਤੇ ਦਾਨ ਪੁੰਨ ਕੀਤਾ ਜਾਵੇ। ਲੋੜਵੰਦੀਆਂ ਥਾਵਾਂ ਤੇ ਖੂਹ ਲਵਾ ਕੇ, ਧਰਮਸ਼ਾਲਾ ਬਣਵਾ ਕੇ, ਆਪ ਗਰੀਬ ਬਾਣਾ ਪਾ ਕੇ ਉਸ ਚੋਜੀ ਪ੍ਰੀਤਮ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦੁਆਰੇ ਚਲੀਏ, ਗਰੀਬ ਬਣ ਕੇ ਚਲੀਏ ਉਹਦੇ ਦਰ ਤੇ। ਸੋ ਇਸੇ ਤਰ੍ਹਾਂ ਕਰਕੇ ਉਹਨਾਂ ਦੋਨਾਂ ਨੇ, ਪਤੀ ਪਤਨੀ ਨੇ, ਅਮੀਰੀ ਤਿਆਗ ਕੇ ਨਾ ਸਾਧ ਸੰਗਤ ਜੀ ਘਰ ਦਾ ਸਾਰਾ ਸਮਾਨ ਵੇਚ ਕੇ ਗਰੀਬੀ ਲਿਬਾਸ ਦੇ ਵਿੱਚ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਮੋਹਨਾ ਤੇ ਸੋਹਨਾ ਨੇ ਆਨੰਦਪੁਰ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਨਹੀਂ ਹੋਏ ਇਹਨਾਂ ਨੂੰ, ਫੇਰ ਨਾ ਦਰਸ਼ਨ ਹੋਏ। ਆਨੰਦਪੁਰ ਵੀ ਪਹੁੰਚ ਗਏ, ਘਰ-ਬਾਰ ਦਾ ਸਾਰਾ ਸਮਾਨ ਵੇਚਤਾ, ਗਰੀਬੀ ਲਿਬਾਸ ਦੇ ਵਿੱਚ ਆ ਕੇ ਦਰਸ਼ਨ ਫੇਰ ਵੀ ਨਹੀਂ ਹੋਏ ਸਤਿਗੁਰਾਂ ਦੇ। ਅੰਦਰ ਪ੍ਰੇਮ ਦੀ ਚਿਣਗਾ ਚੈਨ ਨਹੀਂ ਦੇਣ ਦਿੰਦੀ। ਦਰਸ਼ਨਾਂ ਦੀ ਅੰਦਰ ਭੁੱਖ ਲੱਗੀ ਹੋਈ ਹੈ ਵੀ ਕਿਹੜੇ ਵੇਲੇ ਸਤਿਗੁਰਾਂ ਦੇ ਸਾਨੂੰ ਦਰਸ਼ਨ ਹੋ ਜਾਣ। ਹੁਣ ਦਿਲ ਦੇ ਵਿੱਚ ਸੋਚ ਆਈ ਕਿ ਅਗਰ ਸਤਿਗੁਰਾਂ ਦੇ ਬਾਗ ਦੇ ਵਿੱਚ ਮਜ਼ਦੂਰ ਬਣ ਕੇ ਸੇਵਾ ਕਰੀਏ। ਆਨੰਦਪੁਰ ਸਾਹਿਬ ਦੇ ਵਿੱਚ ਫੁੱਲਾਂ ਦਾ ਬਾਗ ਸੀ, ਵੀ ਇਸ ਬਾਗ ਦੇ ਵਿੱਚ ਨਾ ਆਪਾਂ ਮਜ਼ਦੂਰ ਬਣ ਕੇ ਸੇਵਾ ਕਰੀਏ, ਮਜ਼ਦੂਰ ਬਣ ਜਾਈਏ ਤੇ ਸੇਵਾ ਮਿਲ ਜਾਵੇ। ਵੇਲੇ ਵੇਲੇ ਇਹ ਪਟਾਰੀਆਂ ਤੇ ਟੋਕਰੀਆਂ ਬਣਾ ਕੇ ਗੁਜ਼ਾਰਾ ਕਰ ਲਿਆ ਕਰਨ ਸਾਧ ਸੰਗਤ ਜੀ ਆਪਣਾ। ਇਸੇ ਆਸ ਦੇ ਵਿੱਚ ਬਾਗ ਦੇ ਵੱਡੇ ਮਾਲੀ ਕੇਸਰਾ ਸਿੰਘ ਦੇ ਪਾਸ ਪਹੁੰਚ ਕੀਤੀ ਇਹਨਾਂ ਨੇ, ਮੋਹਨਾ ਤੇ ਸੋਹਨਾ ਨੇ। ਜੋ ਬਾਗ ਦਾ ਵੱਡਾ ਮਾਲੀ ਸੀ ਕੇਸਰਾ ਸਿੰਘ, ਉਹਦੇ ਪਾਸ ਪਹੁੰਚ ਕੇ ਬੇਨਤੀ ਕੀਤੀ ਤੇ 5-7 ਦਿਨ ਕੰਮ ਕਰਾ ਕੇ ਮਾਲੀ ਨੇ ਦੇਖਿਆ ਕਿ ਸਿਆਣੇ ਬੜੇ ਨੇ, ਉਹਨਾਂ ਨੇ ਨੌਕਰ ਰੱਖ ਲਿਆ ਇਹਨਾਂ ਦੋਨਾਂ ਨੂੰ ਬਾਗ ਦੇ ਵਿੱਚ। ਬਾਗ ਦੇ ਪਿਛਲੇ ਪਾਸੇ ਕੋਠੇ ਵਿੱਚ ਰਹਿਣ ਵਾਸਤੇ ਇਹਨਾਂ ਨੂੰ ਕੋਠਾ ਦੇ ਦਿੱਤਾ ਤੇ ਪ੍ਰੇਮੀਆਂ ਦੀ ਸੇਵਾ ਨੇ ਬਾਗ ਦਾ ਨਕਸ਼ਾ ਹੀ ਬਦਲ ਦਿੱਤਾ। ਸੱਸ ਉਹ ਫੁੱਲ ਬਾਗ ਦੇ ਵਿੱਚ ਪੈਦਾ ਕਰ ਦਿੱਤੇ ਜਿਨ੍ਹਾਂ ਦੀ ਰੁੱਤੀ ਨਹੀਂ ਸੀ। ਦੋਨਾਂ ਨੇ ਮਿਹਨਤ ਕੀਤੀ, ਉਹ ਫੁੱਲ ਬਾਗ ਦੇ ਵਿੱਚ ਪੈਦਾ ਹੋ ਗਏ ਜਿਨ੍ਹਾਂ ਦੀ ਰੁੱਤੀ ਨਹੀਂ ਸੀ। ਸਾਧ ਸੰਗਤ ਜੀ ਨਕਸ਼ਾ ਬਦਲਤਾ ਬਾਗ ਦਾ। ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ
सैर करते करते ना इस बाग दे वल आ गए ते सुंदर क्यारे नूं देख के बड़े खुश होए। बड़े फुल्लां नूं देख के सतगुरु गोबिंद सिंह जी महाराज कहंदे बड़े खुश होए ते केसरा सिंह नूं शाबाश दित्ती। भाई केसरा सिंह आ बेर उत्ते जिहड़े फुੱਲ तैयार कीते ने बड़ी तेरी मेहनत है, बड़े सोहणे तूं फुੱਲ तैयार कीते ने। ते भाई केसरा सिंह ने हाथ जोड़ के बेनती की, सतगुरु जी स्वामी जी आप जी की किरपा की भुख तां सदाए है, पर यह काम मेरा नहीं, ये काम छोटे माली का काम है। छोटे माली की मेहनत है, ये मेरी कोई मेहनत नहीं। मैं तो थोड़े दिनों तो ही प्रेम के नाल सेवा करदा, रोटी कमा के खाना, आप दे चरणों का बुझा प्रेमी आ। ते सुन के ना केसरा सिंह तो बचन सतगुरु गोबिंद सिंह जी महाराज चुप करके जो चुप हो गए ते कहते हुए चले गए कि दर्शन नहीं जे देण लगा। उही वचन उस गुरमुख दे वचन गुरु गोबिंद सिंह जी महाराज ने बोले ते चले गए साध संगत। माई ने ये गल सोना दे नाल कीती ते मोहना नूं घर जाके सारी दसी ते समझायो कि अंतरजामी ठाकुर ये ने, शुक्र है दर्शन तो नहीं हुए पर सेवा तो सही। माता जीतो जी ने साध संगत, माता जीतो जी ने जदों इन्हां दी विख्या सुनी, सारियां दी दोनां दी मोहना ते सोना दी विख्या सुनी ना, तां मोहना नूं मिलण वास्ते उन्हां दी कुटिया दे विच माता जीतो जी चले गए मिलण वास्ते। दोनां मोहना देख के हैरान रह गई अते छेती छेती पीढ़ी उत्ते आसन विछा के पीढ़ी अगे कर दी माता जीतो जी दे। जो पीढ़ी अगे कर दी ते उस पीढ़ी के उपर कहने माता जी बैठ गए ते आप चरणों के उपर शीश रख के बड़े प्रेम के नाल बैराग के नाल बोली कि माता जी मेरे माता जी एडी ठंड के मीह दे विच तुसीं क्यों खिजल कीती, तुसीं हुक्म करदे असीं तुहाडे चरणों दे विच आप ही आ जांदे। माता जीतो जी बोले कि मेरियां तां सारियां ही बाड़ियां ने, कोई टहलण नहीं, पर तू मेरी बच्ची है। जो उपमा मैं सुन के तेरे पास आई हाँ तू वो पूरी कर दे। मोहना ने सरंदा ला के ना बड़ी प्रेम दे नाल जदों सुर सेड़ी शब्द पढ़न लगी ना कि हर बिन क्यों रही है दुख व्यापै, जेबा साध न फीकी रस बिना, बिन प्रभ काल संतापै। इस शब्द शुरू किया सरंदा दे नाल ते माता जी ने इतने प्रेम दे नाल सुनते रहे, मोहना गाउंदी रही ते साध समझी पहर बीत गया। जदों माता जी तुरन लगे पर सोना ने जान ना दिता। साध संगत जी बड़े प्रेम दे नाल अखरोट बादाम होर लैके नाल पानी लिया रखिया ते माता जीतो जी ने प्रेम दे नाल अगे करता ना कर सके कि वाहिगुरू तू धन है, तू धन है। करते करते उन्होंने साध संगी सेवा भी प्रवान हो गई। हुण हौली हौली अखां खुलियां जदों चरणों के नाल बेसुरत हो गए, जदों अखां खुलियां ना पर दसना की तांग झल ना सके ते निढाल हो के पए सन ते उन्होंने सतगुरु गोबिंद सिंह जी महाराज जी ने दर्शन देने पे। उन्होंने भी उन्होंने प्रेम भावना दे नाल मुख रख के सतगुरां ने मोहना ते सोना नूं भी दर्शन दिते कि इस आस राखो मन माही, सब रोग नानक मिट जाए। सतगुरु अर्जन देव महाराज कहते अपने मन दे विच एक परमेश्वर की आस रखनी चाहिए है, फिर तुहाडे सारे रोग मिट जाणगे। जो तुहाडी एक आस एक अकाल पुरख वाहिगुरू परमेश्वर ते हुई। सो ये सन वचन सतगुरु अर्जन देव महाराज साहिब जी दे।
ਇੱਥੇ ਅੱਜ ਆਪਾਂ ਸਮਾਪਤੀ ਕਰ ਦਿਆਂਗੇ। ਕੱਲ ਤੋਂ ਫੇਰ ਅਗਲੇ ਵਚਨਾਂ ਦੇ ਨਾਲ ਜੁੜਾਂਗੇ। ਇੱਥੋਂ ਤੱਕ ਸਤਿਗੁਰਾਂ ਦੇ ਵਚਨ ਸੰਧੀ ਕਰਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਰਹਿ ਗਈਆਂ।